अस्सलाम वालेकुम डियर स्टूडेंट्स। हाँ जी बेटा जी, जिवें तुहानूं पता है कि तुहाडे ऑनलाइन क्लासिस ने जिहड़ियां ओह स्टार्ट हो चुकियां ने। तां बेटा अज आपां पढ़ांगे तुहाडे हिस्टरी दा पार्ट 11 प्रशासनिक बनतर, बस्तीवादी सेना ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ। ਇਸ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਅੰਗਰੇਜ਼ ਸੀ ਭਾਰਤ ਦੇ ਵਿੱਚ ਵਪਾਰ ਕਰਨ ਆਏ ਸੀ ਤੇ ਉਹਨਾਂ ਦਾ ਉਦੇਸ਼ ਕੀ ਸੀ, ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ। ਤੇ ਇਸ ਨਾਲ ਰਿਲੇਟਡ ਉਹਨਾਂ ਨੇ ਬਹੁਤ ਸਾਰੀਆਂ ਨੀਤੀਆਂ ਥੀਆਂ, ਜਿਹੜੀਆਂ ਐਕਟ ਥੇ ਜਿਹੜੇ ਉਹ ਬਣਾਏ ਸੀ ਤੇ ਜਿਨ੍ਹਾਂ ਬਾਰੇ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਤੇ ਇਸ ਨੂੰ ਤੁਸੀਂ ਬਹੁਤ ਹੀ ਧਿਆਨ ਨਾਲ ਸੁਣਨਾ ਹੈ ਤੇ ਸਮਝਣਾ ਹੈ। ਠੀਕ ਹੈ ਬੇਟਾ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ ਅੰਗਰੇਜ਼ੀ ਸਮਰਾਜ ਕਾਇਮ ਰੱਖਣ ਲਈ ਕੁਝ ਐਕਟ ਥੇ ਜਿਹੜੇ ਉਹ ਪਾਸ ਕੀਤੇ ਤੇ ਜਿਸ ਦਾ ਮੁੱਖ ਉਦੇਸ਼ ਕੀ ਸੀ, ਭਾਰਤ ਵਿੱਚ ਅੰਗਰੇਜ਼ਾਂ ਦੇ ਹਿੱਤਾਂ ਦੀ ਰਾਖੀ ਕਰਨਾ। ਤੇ ਇਸ ਨੂੰ ਸੰਵਿਧਾਨਿਕ ਪਰਿਵਰਤਨ ਕਿਹਾ ਜਾਂਦਾ ਹੈ। ਠੀਕ ਹੈ ਬੇਟਾ। ਤਾਂ ਜੋ ਕਿ ਹੇਠ ਲਿਖੇ ਨੇ ਤੇ ਜਿਹੜੇ ਐਕਟ ਥੇ ਜਿਹੜੇ ਉਹਨਾਂ ਨੇ ਪਾਸ ਕੀਤੇ ਤੇ ਉਹ ਹੇਠ ਲਿਖੇ ਨੇ ਤੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਆਪਾਂ ਪੜਾਂਗੇ। ਜਿਵੇਂ ਕਿ ਪਹਿਲੇ ਨੰਬਰ ਤੇ ਹੈ ਰੈਗੂਲੇਟਿੰਗ ਐਕਟ 1773 ਈਸਵੀ, ਯਾਨੀ ਕਿ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ 1773 ਈਸਵੀ ਦਾ ਐਕਟ ਹੈ ਜਿਹੜਾ ਉਹ ਪਾਸ ਕੀਤਾ ਗਿਆ। ਤੇ ਇਸ ਐਕਟ ਦੇ ਅਨੁਸਾਰ ਬੰਗਾਲ ਵਿੱਚ ਗਵਰਨਰ ਜਨਰਲ ਤੇ 4 ਮੈਂਬਰਾਂ ਦੀ ਕੌਂਸਲਿੰਗ ਹੈ ਜਿਹੜੀ ਉਹ ਸਥਾਪਨਾ ਕੀਤੀ ਗਈ, ਯਾਨੀ ਕਿ ਉਹਨਾਂ ਦੀ ਇੱਕ ਕਮੇਟੀ ਬਣਾਈ ਗਈ ਤੇ ਜਿਸ ਨੂੰ ਸ਼ਾਸਨ ਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫੈਸਲੇ ਕਰਨ ਦਾ ਅਧਿਕਾਰ ਸੀ, ਯਾਨੀ ਕਿ ਕਿਵੇਂ ਸ਼ਾਸਨ ਕਰਨਾ ਹੈ ਉਸਦੇ ਸਾਰੇ ਫੈਸਲੇ ਤੇ ਜਿਹੜੇ ਉਹ ਕਮੇਟੀ ਲੈਂਦੀ ਸੀ। ਤੇ ਨੰਬਰ 2 ਤੇ ਹੈ ਈਸਟ ਇੰਡੀਆ ਐਕਟ, ਜਿਹੜਾ ਕਿ 1784 ਈਸਵੀ ਵਿੱਚ ਪਾਸ ਕੀਤਾ ਗਿਆ। ਤੇ ਇਸ ਐਕਟ ਅਨੁਸਾਰ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ, ਯਾਨੀ ਕਿ ਸਿਵਲ, ਸੈਨਿਕ ਤੇ ਆਰਥਿਕ ਕੰਮਾਂ ਤੇ ਕਾਬੂ ਪਾਉਣ ਲਈ ਇਹ ਐਕਟ ਥਾ ਜਿਹੜਾ ਉਹ ਬਣਾਇਆ ਗਿਆ। ਤੇ ਉਸ ਤੋਂ ਬਾਅਦ ਨੰਬਰ 3 ਤੇ ਹੈ ਚਾਰਟ ਐਕਟ 1833 ਈਸਵੀ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਹੈ ਜਿਹੜਾ ਉਹ ਛੱਡਣ ਲਈ ਕਿਹਾ ਗਿਆ, ਤਾਂ ਕਿ ਉਹ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾ ਸਕਣ, ਯਾਨੀ ਕਿ ਦੇਸ਼ ਦਾ ਕਿਵੇਂ ਸ਼ਾਸਨ ਕਰਨਾ ਹੈ, ਸ਼ਾਸਨ ਪ੍ਰਬੰਧ ਕਿਵੇਂ ਬਣਾਉਣਾ ਹੈ, ਉਸ ਵੱਲ ਉਹਨਾਂ ਦਾ ਧਿਆਨ ਲੱਗ ਸਕੇ। ਤੇ ਦੇਸ਼ ਦੇ ਕਾਨੂੰਨ ਬਣਾਉਣ ਲਈ ਗਵਰਨਰ ਜਨਰਲ ਦੀ ਕੌਂਸਲਿੰਗ ਵਿੱਚ ਕਾਨੂੰਨ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ। ਤੇ ਇਸ ਪ੍ਰਕਾਰ ਜਿਹੜੀ ਕੇਂਦਰੀ ਸਰਕਾਰ ਸੀ ਉਹ ਬਹੁਤ ਹੀ ਸ਼ਕਤੀਸ਼ਾਲੀ ਬਣਾ ਦਿੱਤੀ ਗਈ। ਠੀਕ ਹੈ ਬੇਟਾ। ਤਾਂ ਉਸ ਤੋਂ ਬਾਅਦ ਨੰਬਰ 4 ਤੇ ਹੈ ਚਾਰਟ ਐਕਟ 1853 ਈਸਵੀ, ਜਿਹੜਾ ਕਿ 1853 ਈਸਵੀ ਦੇ ਵਿੱਚ ਪਾਸ ਹੋਇਆ ਤੇ ਇਸ ਦੇ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨ ਪਾਲਿਕਾ ਦੀ ਸਥਾਪਨਾ ਕੀਤੀ ਗਈ। ਇਸ ਦੇ ਕੁੱਲ 12 ਮੈਂਬਰ ਸਨ। ਇਸ ਐਕਟ ਅਨੁਸਾਰ ਕੰਪਨੀ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖਲ ਅੰਦਾਜ਼ੀ ਵੱਧ ਗਈ ਤੇ ਹੁਣ ਕਦੀ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਹੈ ਜਿਹੜਾ ਉਹ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ। ਇਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤ ਤੇ ਬਹੁਤ ਸਾਰੀਆਂ ਨੀਤੀਆਂ ਅਪਣਾਈਆਂ ਤੇ ਬਹੁਤ ਸਾਰੇ ਜਿਹੜੇ ਐਕਟ ਥੇ ਜਿਹੜੇ ਉਹ ਬਣਾਏ ਤੇ ਭਾਰਤ ਦੇ ਉੱਪਰ ਇਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਸ਼ਾਸਨ ਪ੍ਰਬੰਧ ਸੀ ਉਹ ਕੀਤਾ। ਤੇ ਇਸ ਤੋਂ ਬਾਅਦ ਜਿਹੜਾ ਬੇਟਾ ਨੀਚੇ ਕੁਝ ਪ੍ਰਸ਼ਨ ਦਿੱਤੇ ਗਏ ਨੇ ਤੇ ਇਹਨਾਂ ਪ੍ਰਸ਼ਨਾਂ ਦੇ ਤੁਸੀਂ ਜਿਹੜੇ ਨੇ ਉਹ ਆਨਸਰ ਦੇਣੇ ਨੇ। ਜਿਵੇਂ ਕਿ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਦੋਂ ਤੇ ਕਿਹੜਾ ਐਕਟ ਪਾਸ ਕੀਤਾ ਗਿਆ, ਇਹ ਤੁਹਾਡਾ ਪਹਿਲਾ ਪ੍ਰਸ਼ਨ ਹੈ। ਤੇ ਉਸ ਤੋਂ ਬਾਅਦ ਦੂਸਰਾ ਹੈ ਬੋਰਡ ਆਫ ਕੰਟਰੋਲ ਕਦੋਂ ਤੇ ਕਿਸ ਐਕਟ ਅਧੀਨ ਬਣਿਆ। ਉਸ ਤੋਂ ਬਾਅਦ ਤੁਹਾਡਾ ਤੀਸਰਾ ਪ੍ਰਸ਼ਨ ਹੈ ਚਾਰਟ ਐਕਟ 1833 ਤੇ ਨੋਟ ਲਿਖੋ। ਠੀਕ ਹੈ ਬੇਟਾ। ਤਾਂ ਇਹ ਪ੍ਰਸ਼ਨ ਜਿਹੜੇ ਤੁਹਾਨੇ 3 ਨੇ ਧਿਆਨ ਨਾਲ ਕਰਨੇ ਨੇ। ਤੇ ਉਸ ਤੋਂ ਬਾਅਦ ਤੁਹਾਨੇ ਅੱਗੇ ਕਰਨਾ ਹੈ ਚੌਥਾ ਪ੍ਰਸ਼ਨ। ਅੱਗੇ ਤੁਹਾਡਾ ਚੌਥਾ ਪ੍ਰਸ਼ਨ ਕਿਹੜਾ ਹੈ ਬੇਟਾ, ਕਿਸ ਐਕਟ ਅਧੀਨ ਵਿਧਾਨ ਪਾਲਿਕਾ ਦੇ ਮੈਂਬਰਾਂ ਦੀ ਗਿਣਤੀ 12 ਸੀ। ਉਸ ਤੋਂ ਬਾਅਦ ਮਿਲਾਨ ਕਰੋ, ਯਾਨੀ ਕਿ ਸਹੀ ਜੋੜੇ ਮਿਲਾਉਣੇ ਨੇ। ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਗਤੀਵਿਧੀ ਕਰਨੀ ਹੈ। ਤਾਂ ਉਹ ਕੀ ਕਰਨੀ ਹੈ, ਜਿਵੇਂ ਕਿ ਉਪਰੋਕਤ ਦੱਸੇ ਐਕਟਾਂ ਦੇ ਸਮੇਂ ਵਿੱਚ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਕੌਣ ਸਨ, ਉਹਨਾਂ ਦੇ ਨਾਂ ਲਿਖੋ। ਠੀਕ ਹੈ ਬੇਟਾ। ਯਾਨੀ ਕਿ ਉੱਪਰ ਮੈंने ਤੁਹਾਨੂੰ ਜੋ ਸਮਝਾਇਆ ਹੈ, ਤੁਹਾਨੂੰ ਪੈਰਾਗ੍ਰਾਫ ਵੀ ਦਿੱਤਾ ਹੈ, ਇਸ ਦੇ ਵਿੱਚੋਂ ਜਿਹੜੇ ਉਸ ਟਾਈਮ ਦੇ ਵਿੱਚ ਗਵਰਨਰ ਜਨਰਲ ਸੀ ਉਹਨਾਂ ਦੇ ਨਾਮ ਲਿਖਣੇ ਨੇ। ਠੀਕ ਹੈ ਬੇਟਾ। ਤਾਂ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਲੱਗੀ। ਓਕੇ ਬੇਟਾ ਜੀ, ਥੈਂਕ ਯੂ।